हाँ जी सर। 2 मिनट वेट कर लेने जे और एक अद्धे बच्चे ने आना होएगा ते आ जाए फिर विल स्टार्ट। ओके लेट्स स्टार्ट। अच्छा लास्ट ਅਸੀਂ ਕਰ ਰਹੇ ਸੀਗੇ ਤੁਹਾਨੂੰ ਮੈਂ ਕੁਝ ਪੇਜ ਛੜਾਏ ਸੀਗੇ ਗ੍ਰਾਫਸ ਮੈਂ ਕਿਹਾ ਸੀ 2 ਰਹਿ ਗਏ ਨੇ ਉਹ 2 ਗ੍ਰਾਫਸ ਅੱਜ ਪਹਿਲੇ ਕਰ ਲਈਏ ਖਤਮ ਕਰੀਏ ਹੁਣ ਧਿਆਨ ਨਾਲ ਦੇਖੋ। सर्कुलर ग्राफ कदों बनता है ध्यान नाल देखो। ਇਹ ਜਿਹੜਾ ਪੁਆਇੰਟ ਹੈਗਾ P x ਤੇ y ਐਕਸਿਸ ਦੇ ਉੱਤੇ ਇਹਦੇ ਕੋਆਰਡੀਨੇਟਸ ਹੈਗੇ ਨੇ xy। ਤੁਸੀਂ ਸ਼ਾਇਦ ਛੋਟੀ ਕਲਾਸਾਂ ਵਿੱਚ ਕੋਆਰਡੀਨੇਟਸ ਬਾਰੇ ਪੜਿਆ ਹੈ। ਇਹ ਹੁਣ ਮੈਨੂੰ ਦੱਸੋ ਇਹ ਡਿਸਟੈਂਸ ਕਿੰਨਾ ਹੈ? X वेरी गुड। ਇਹ ਡਿਸਟੈਂਸ Y ਇਹ रेडियस ऑफ द सर्कल है। Y ਇਹ रेडियस ऑफ द सर्कल है। ਹੁਣ देखो x² + y² इज इक्वल टू r²। ਜਦੋਂ ਇਸ ਤਰ੍ਹਾਂ ਦੀ ਇਕੁਏਸ਼ਨ ਤੁਹਾਨੂੰ ਨਜ਼ਰ ਆਏ ਤੁਸੀਂ ਉਸੇ ਵਕਤ ਕਹਿਣਾ ਹੈ ਕਿ ਇਹ ਸਰਕਲ ਬਣਾਏਗੀ ਇਹਦਾ ਗ੍ਰਾਫ ਸਰਕੂਲਰ ਹੋਏ। ਹੁਣ ਧਿਆਨ ਨਾਲ ਦੇਖੋ ਜੀ ਵੀ ਐਨ ਐਗਜ਼ਾਮਪਲ। ਹੁਣ x² + y² ਹੈਗਾ 4। ਇਹਦੇ ਵਿੱਚ ਰੇਡੀਅਸ ਕੀ ਹੈਗਾ? 4 ਨਾ 2 r² 4 ਹੈ ਤੇ r ਕੀ ਹੋਏਗਾ 2। ਸੋ ਰੇਡੀਅਸ ਤੁਹਾਡਾ ਹੋਏਗਾ ਇਹਦਾ ਗ੍ਰਾਫ ਕੀ ਹੋਏਗਾ? ਤੁਸੀਂ ਸਰਕਲ ਬਣਾ ਕੇ ਇੱਥੇ r = 2 ਲਿਖੋ। ਇਹ ਤੁਹਾਡਾ ਗ੍ਰਾਫ ਹੈ। ਦੂਜਾ ਜਿਹੜਾ ਅਸੀਂ ਗ੍ਰਾਫ ਅੱਜ ਕਰਨਾ ਹੋਏਗਾ ਇਲਿਪਸ। ਹੁਣ ਧਿਆਨ ਨਾਲ ਦੇਖੋ ਇਹਦੀ ਇਕੁਏਸ਼ਨ ਹੁੰਦੀ x² + y²। ਹੁਣ ਇਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ? ਧਿਆਨ ਨਾਲ ਦੇਖੋ ਦੱਸ ਸਕਦੇ ਹੋ ਇਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ? ਦੋਨੇ ਇਕੁਏਸ਼ਨਸ ਵਿੱਚ ਕੀ ਫਰਕ ਨਜ਼ਰ ਆਉਂਦਾ ਤੁਹਾਨੂੰ? सर फ्रैक्शन ਇੱਥੇ ਫ੍ਰੈਕਸ਼ਨ ਕਿੱਥੇ ਲਿਖੀ ਮੈਂ? सर रेडियस नहीं। हाँ ਤੁਸੀਂ ਇਹ ਕਹੋ ਇੱਥੇ ਤੇ r² ਹੈਗਾ ਇੱਥੇ ਹੈਗਾ 1 ਇੱਥੇ ਹਮੇਸ਼ਾ 1 ਹੋਏਗਾ। ਇਹਨਾਂ ਦੇ ਥੱਲੇ ਕੁਝ ਨਹੀਂ ਹੈਗਾ ਯਾਨੀ ਕਿ 1 ਹੈਗਾ। यस सर। ਇਹਨਾਂ ਦੇ ਥੱਲੇ a² ਤੇ b² ਹੋਏਗਾ। ਹੁਣ ਲੈਟ ਮੀ ਗਿਵ ਯੂ ਐਨ ਐਗਜ਼ਾਮਪਲ। ਇਹਦਾ ਇੱਥੇ ਗ੍ਰਾਫ ਕਿਸ ਤਰ੍ਹਾਂ ਦਾ ਹੋਏਗਾ? ਜਿਹੜਾ a ਹੈਗਾ ਇਹਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ x ਤੇ y। ਇਹਦਾ a² ਹੈ ਨਾ ਇਹ ਹੁੰਦਾ a b² ਹੈਗਾ ਤੇ ਇਹ ਹੁੰਦਾ ਇਹਨੂੰ ਕਹੀਦਾ ਸੈਮੀ ਮਾਈਨਰ ਐਕਸਿਸ। ਇਹਨੂੰ ਕਹੀਦਾ ਸੈਮੀ ਮੇਜਰ ਐਕਸਿਸ। मैं ਤੁਹਾਨੂੰ ਇੱਕ एग्जांपल देना
ਹੁਣ ਮੈਨੂੰ ਦੱਸੋ ਇੱਥੇ a ਕਿਹਦੇ ਬਰਾਬਰ 3 3 ਤੇ b 2 2 ਬਸ ਤੁਸੀਂ ਗ੍ਰਾਫ ਕਿਸ ਤਰ੍ਹਾਂ ਦਾ ਬਣਾਉਣਾ ਹੈ xy ਲਿਖ ਕੇ ਇੱਥੇ ਬਣਾਉਣਾ 3 ਤੱਕ ਇੱਥੇ ਛੋਟਾ ਬਣਾਉਣਾ 2 ਤੱਕ ਇਹ ਤੁਹਾਡਾ 3 ਇਹ ਤੁਹਾਡਾ 2 ਇਹ ਸਮਝ ਲੱਗੀ yes sir यस सर ਕਿਸੇ ਨੂੰ ਕੋਈ ਡਾਊਟ ओके पहले सर ये जो बताओ, नेगेटिव एक्स एक्सिस है वो किसी भी एक्सटेंट तक लेस की जा सकती है अपनी क्या 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 एक्लिप्स जो सेकंड एक्स नेगेटिव एक्स एक्सिस भी किसी भी एक्सटेंट तक लेके जा सकते हैं हाँ हाँ वो शेप शेप दिखानी है ना बेटा कोई मेजरमेंट थोड़ा करनी शेप दिखानी नाले इक्लिप्स नहीं हैगी एलिप्स हैगी एलिप्स ठीक sir है randomly बस वो 2 points लेके बाकी random हाँ हाँ शेप देनी बेटा सिर्फ शेप देनी हुन स्ट्रेट लाइन सीगी कोई एंगल थोड़ा सी बनाते सी इस ਲਈ ऊपर या थल्ले या सीधी तीन लाइनां ਅਸੀਂ खिंचते ਹੁੰਦੇ ਸੀਗੇ ठीक है yes sir yes sir उतारो इन्हें हो गया दस देना डन सर ओके excuse me sir उसकी example रहने देना ellipse की मैं उधर अभी मिटाता ही नहीं हूँ ये देख आपने ये ट्राई
ਅਥਵਾ ਬਸ ਇਹ ਮੈਥਮੈਟੀਕਲ ਟ੍ਰਿਕ ਹੈਗਾ ਇਹਨੂੰ ਸੋਲਵ, ਇਹਦਾ ਗ੍ਰਾਫ ਤੇਰਾ ਗ੍ਰਾਫ ਬਣਾਉਣਾ, ਸੋਚ ਕੇ ਬਣਾਉਣਾ, ਔਖਾ ਬਿਲਕੁਲ ਨਹੀਂ ਹੈਗਾ। ਤੁਸੀਂ ਇਹਨੂੰ ਜਾਂ ਤੇ ਇਲਿਪਸ ਦੀ ਸ਼ੇਪ ਵਿੱਚ ਲੈਣਾ ਜਾਂ ਸਰਕਲ ਦੀ ਸ਼ੇਪ ਵਿੱਚ ਲੈਣਾ, ਕਰਕੇ ਦੇਖੋ ਯਾਰ। ਇਹ ਉਤਾਰਨ ਤੋਂ ਬਾਅਦ ਇਹ ਦੋ ਟਰਾਈ ਕਰੋ। ਹੋ ਗਿਆ? Sir, done. ਓਕੇ, ਪਹਿਲਾਂ ਦੱਸੋ ਕੀ ਹੋਏਗਾ। Ellipse. Ellipse. ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਉਹਨਾਂ ਦੇ ਥੱਲੇ ਸੇਮ ਹੈ, ਜੇ ਸੇਮ ਹੈ ਤੇ ਐਲਸੀਐਮ ਲੈ ਕੇ ਇਹਨੂੰ ਇੱਧਰ ਨਹੀਂ ਲੈ ਸਕਦੇ? ਇਹ ਸਰਕਲ ਹੈਗਾ, ਦੇਖੋ ਜੇ ਤੁਸੀਂ ਇਲਿਪਸ ਵੀ ਲੈਂਦੇ, a ਦੀ ਵੈਲਿਊ ਕੀ ਨਿਕਲਦੀ 2, b ਦੀ ਵੈਲਿਊ ਕੀ ਨਿਕਲਦੀ 2. 2। ਜਦੋਂ ਦੋਨੇ ਪਾਸੇ ਸੇਮ ਨਿਕਲੇ ਉਹ ਸਰਕਲ ਬਣਦਾ ਹੈ। ਕਿਹੜੀ ਇਹੋ ਜਿਹੀ ਫਿਗਰ ਹੈ ਜਿਹੜੀ ਦੋਨਾਂ ਦੇ ਵਿੱਚੋਂ ਲੰਘੇਗੀ? ਇਹ ਵੀ 2 ਹੋਏ ਤੇ ਇਹ ਵੀ 2 ਹੈ, ਰੇਡੀਅਸ ਨਹੀਂ ਹੋ ਗਿਆ। ਸੋ ਇਹਨੂੰ 4 ਨੂੰ ਇੱਧਰ ਲੈ ਕੇ ਇਹ ਸਰਕਲ ਬਣੇਗਾ, ਇਲਿਪਸ ਨਹੀਂ ਹੋਏਗੀ। ਇਹ ਕੀ ਹੋਏਗੀ? Sir, a circle. ਓਏ ਇਹ ਇਲਿਪਸ ਹੈਗੀ ਏ, Ellipse. ਇਹ 1/9 पे जाएगा, 1/4 ਹੋ ਜਾਏਗਾ। ਹੁਣ ਦੇਖੋ ਇਹ ਦੋਨੇ ਵੱਖਰੇ ਨਿਕਲੇ ਨੇ, ਇੱਥੇ ਦੋਨੇ ਸੇਮ ਸੀ, ਸੇਮ ਹੋਣ ਤੇ ਸਰਕਲ ਹੈ, ਵੱਖਰੇ ਨਿਕਲਣ ਤੇਰਾ ਦਾ ਇਲਿਪਸ ਹੈ। ਹੁਣ ਇਹ ਕੀ ਨਿਕਲੇਗਾ? 1/3. 1/3 ਤੇ b ਕੀ ਨਿਕਲੇਗਾ? 1/2. 1/2। ਵੱਡਾ ਕੌਣ ਹੈ? 1/2. 1/2. ਇਹ ਵੱਡਾ, ਇਹ ਛੋਟਾ। ਇਹ ਤੁਹਾਡੀ ਸ਼ੇਪ ਹੈ। ਸੋ ਇਹ ਚੀਜ਼ ਧਿਆਨ ਨਾਲ ਸਮਝ ਲਓ। ਕਿਸੇ ਨੂੰ ਜੇ ਇਹਦੇ ਬਾਰੇ ਕੋਈ ਡਾਊਟ ਹੈਗਾ ਤੇ ਪੁੱਛੋ ਦੋਨਾਂ ਬਾਰੇ। ਫਿਰ ਯਾਦ ਰੱਖਣਾ, ਜਦੋਂ ਦੋਨਾਂ ਦੇ ਥੱਲੇ ਸੇਮ ਨੰਬਰ ਹੋਏ ਇਹਦਾ ਮਤਲਬ ਹੈ ਇੱਥੇ ਆ ਸਕਦਾ ਹੈ। ਸੋ ਇਹ ਸਰਕਲ ਬਣ ਜਾਏਗਾ। ਜਦੋਂ ਇਸ ਤਰ੍ਹਾਂ ਆ ਜਾਏ ਇਹਦਾ ਮਤਲਬ ਇਹ ਇਹਦੇ ਥੱਲੇ ਲਿਆਣਾ। ਕਿਸ ਤਰ੍ਹਾਂ ਲਿਆਵਾਂ? 1/9 ਲਿਖਾਂਗਾ, 9 ਆਪੇ ਉੱਤੇ ਆ ਜਾਏਗਾ। 1/4 ਲਿਖਾਂਗਾ, 4 ਆਪੇ ਉੱਤੇ ਆ ਜਾਏਗਾ। ਸੋ ਇਹ ਲਿਖ ਲਓ ਜਾਂ ਇਹ ਲਿਖ ਲਓ, ਸੇਮ ਚੀਜ਼ ਹੈ। ਇੱਥੋਂ ਇਹ ਤੇ ਵੀ ਨਜ਼ਰ ਆਇਆ। ਕਲੀਅਰ অর ਨਾਟ? ਹੈਲੋ, Yes, Yes, sir. sir, clear. ਤੇ ਬੋਲੋ ਨਾ, ਮੈਨੂੰ ਸੁਪਨਾ ਨਾ ਤੁਹਾਨੂੰ ਕਲੀਅਰ ਹੋ ਗਿਆ। ਓਕੇ, ਮੈਂ ਮਿਟਾ ਲਗਾ ਜੀ, ਮਿਟਾ ਦਾਂ? Yes, sir. ਹਾਂਜੀ sir.
ਬਸ ਖਤਮ ਹੋ ਗਿਆ। ਹੁਣ ਮੈਂ ਤੁਹਾਨੂੰ 4 ਗ੍ਰਾਫਸ ਦੇਣ ਲੱਗਾ, ਸਾਰਿਆਂ ਨੂੰ ਮਿਕਸ ਕਰਕੇ ਦੇਖਦੇ ਹਾਂ ਤੁਸੀਂ ਕੀ ਬਣਾਉਂਦੇ ਹੋ। ਕਰੋ ਯਾਰ। हो गए सर। किने क्या हो गया? करुणेश। करुणेश। करुणेश पहला क्या है? सर पहला स्ट्रेट लाइन ग्राफ है, स्लोप नीचे को है और स्टार्ट पॉजिटिव से होता है। वेरी गुड। इंटरसेप्ट क्या? 3। 3। स्लोप कितना? -4। किन्ने दा सही है? Yes, sir, correct. सर सही है। ठीक है। Okay. Let me see. जरा ਤੁਹਾਨੂੰ ਸਾਰਿਆਂ ਨੂੰ ਨਾ ਇੱਕ ਇੱਕ ਕਰਕੇ ਪੁੱਛਦਾ ਵਾਂ। भाग्य। यस सर। सेकंड किस तरह होएगा? सर ये पैराबोलिक ग्राफ है। ओके, ये कितों शुरू होएगा? सर -4 तो एक्स एक्सिस में नेगेटिव में। इधर इधर सॉरी सर वाई एक्सिस में नेगेटिव। तू एक्स एक्सिस से ले आना। नहीं सर मैंने बोला एक्स से लिखा वाई में। एक्स ਨੂੰ 0 ਪੁੱਟ ਕੀਤਾ, y ਦੀ ਵੈਲਿਊ -4 ਹੈ। ਤੁਸੀਂ ਇੱਥੋਂ ਸ਼ੁਰੂ ਕਰਨਾ ਹੈ। ਹੁਣ ਇਹ ਅਪਵਰਡ ਹੈ ਕਿ ਡਾਊਨਵਰਡ ਪੈਰਾਬੋਲਾ? सर डाउनवर्ड अपवर्ड कर है वो डाउनवर्ड है, नेगेटिव है। ये ग्राफ होना चाहिए। आपका गलत है? नो सर। सर वो उसमें कंफ्यूजन हो रही है, बोलने में बनाया सेम है।
चलो ओके दिया दिया There's Sir, I'm new student. अच्छा you are a new student, you've not done this. No, sir. फिर you do one thing. वीडियोस Yes, लेकर sir. पिछलियां देख ली, वैसे इस तो बाद जो मैं कराना तेनू समझ लग जाएगी, ठीक है? Okay, sir. चलो ਤੁਸੀਂ ਉਹ ਵੀਡੀਓਸ ਲੈ ਲਿਆ ने कि नहीं उठो? Sir, भेज दी थी मैम ने. अब उसको देख लेना. Yes, sir. ओके जसकीरत यस सर. ये क्या होगा? सी. सर इलिप्स. ओके ए ਦੀ ਵੈਲਿਊ ਕੀ ਹੋਏਗੀ? सर 4. ਨਾ ਇਲਿਪਸ ਵਿੱਚ ਇੱਥੇ 1 ਕਰਨਾ ਹੁੰਦਾ ਹੈ. यस सर. 1 ਕਰਨ ਵਾਸਤੇ ਉਹ 4 ਨੂੰ ਇਹਦੇ ਥੱਲੇ ਲਿਆਣਾ ਹੈ. यस सर. ਦੋਨਾਂ ਦੇ ਥੱਲੇ 4 ਜਾਏ, ਕਿਉਂਕਿ ਜਦੋਂ ਇੱਧਰ ਆਏਗਾ ਦੋਨਾਂ ਨੂੰ ਮਿਲੇਗਾ. ਇਹ ਹੋ ਜਾਏਗਾ x² by 64, ਇਹ ਹੋ ਜਾਏਗਾ y² by 100. ਹੁਣ ਇਹ ए निकलेगा कितना 8, 8, बी निकलेगा B 10. तो b ਦੀ ਵੈਲਿਊ ਵੱਡੀ ਹੈ ਇੱਥੇ ਲੈ ਆਓ, x ਦੀ ਵੈਲਿਊ ਛੋਟੀ ਹੈ ਇੱਥੇ ਲੈ ਆਓ. x y ਗ੍ਰਾਫ ਕਿੰਨਿਆਂ ਦਾ ਹੈ? ਠੀਕ ਹੈ. Yes, sir, correct. ਕੌਣ ਬੋਲ ਰਿਹਾ ਹੈ? Sir, Manjot Singh. ਹਾਂ ਮਨਜੋਤ. ਬਾਕੀਆਂ ਦਾ ਗਲਤ ਹੈ? ਕਿੰਨਿਆਂ ਦਾ ਗਲਤ ਹੈ? सर मेरा ਸਿੰਪਲ ਜੀ ਗੱਲ ਹੈਗੀ ਬੇਟਾ, ਦੇਖ इधर 1 करना है, जे इलिप्स देखना है तो ਤੁਹਾਨੂੰ 1 ਕਰਨਾ ਹੀ ਪੈਣਾ. ਜਦੋਂ ਇਹ ਦੋਨੇ ਵੱਖਰੇ ਹੋਣ ਤੈਨੂੰ ਪਤਾ ਹੈ ਇਲਿਪਸ ਬਣਨਾ ਹੈ, ਸੋ ਇਹਨੂੰ ਇੱਥੇ ਲਿਆਣਾ ਹੀ ਲਿਆਣਾ. 4 ਇੱਥੇ ਵੀ 4 ਇੱਥੇ ਵੀ, ਇਹ ਚੀਜ਼ ਬਣ ਜਾਏਗੀ. ਹੁਣ ਇਹ ਦੱਸੋ ਕੀ ਹੋਏਗਾ? डी ਕੀ ਹੋਏਗਾ? Sir, circle graph. ਹਾਂ ਤੇ ਰੇਡੀਅਸ ਕਿੰਨਾ ਹੋਏਗਾ? 5. 5. 5. ਵੈਰੀ ਗੁੱਡ. तो रेडियस थोड़ा 5 समझ लगी कि नहीं? Yes, sir. ओके ਇੱਥੇ ਤੱਕ ਹੀ ਰੱਖਣਾ, ਇਸ ਤੋਂ ਅੱਗੇ ਨਹੀਂ ਅਸੀਂ ਕੁਝ ਕਰਨਾ ਹੁਣ. ਹੁਣ ਜਦੋਂ ਇਹ ਆਣਗੇ ਇਲਿਪਸ ਤੇ ਸਰਕਲ ਵਾਲੇ ਗ੍ਰਾਫ, ਇਹ ਆਣਗੇ ਲਾਸਟ ਚੈਪਟਰ ਵਿੱਚ, ਉਦੋਂ ਮੈਂ ਇੱਕ ਵਾਰੀ ਰਿਵਾਈਜ਼ ਕਰਾ ਦਾਂਗਾ, ਠੀਕ ਹੈ? Yes. Yes, sir. ਇਹ ਉਤਾਰ ਲਓ. ਉਸ ਤੋਂ ਬਾਅਦ 24 ਪੇजेस ਛੱਡ ਦਿਓ. 24 ਪੇजेस ਦਾ ਮਤਲਬ ਸਮਝ ਲੱਗਦੀ ਹੈ ਨਾ? Yes, sir. Leave. पेज की ਹੁੰਦਾ? लीफ नहीं, पेज ਦਾ ਕੀ ਮਤਲਬ ਹੁੰਦਾ ਹੈ? ਇਹ ਸਾਈਡ ਕਿ ਪੂਰਾ? पूरा. Sir, पूरा. ਉਹ ਨਹੀਂ, ਜਦੋਂ ਤੁਹਾਨੂੰ ਕਲਾਸ ਵਿੱਚ ਕਿਹਾ ਜਾਂਦਾ ਓਪਨ ਪੇਜ 24 ਤੇ ਤੁਸੀਂ ਦੋਨੇ ਪਾਸੇ ਦੇਖਦੇ ਹੋ, Sir, front side. ਤੇ ਫਿਰ ਜਦੋਂ ਪੇਜ ਕਿਹਾ ਜਾਏ ਇਹ ਹੁੰਦਾ ਹੈ, ਇਹ ਪੂਰੇ ਨੂੰ ਕਹੀਦਾ ਲੀਫ. ਸੋ ਜਾਂ ਤੇ 12 ਲੀਵਸ ਛੱਡ ਦੋ ਜਾਂ 24 ਪੇजेस ਛੱਡ ਦੋ. 12 ਲੀਵਸ ਵਿੱਚ 24 ਪੇजेस ਹੁੰਦੇ ਨੇ, ਉਹਨਾਂ ਨੂੰ ਛੱਡ ਦੋ, ਕਿਉਂਕਿ ਉਹਦੇ ਵਿੱਚ ਅਸੀਂ ਇੰਟਰੋਡਿਊਸ ਕਰਨੀ ਹੈ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ. ਜਦੋਂ ਮੈਂ ਕਰਾਵਾਂਗਾ ਉਹ ਇੱਥੇ ਲਿਖਾਂਗੇ. 24 ਦੀ ਜਗ੍ਹਾ ਵੀ 30 ਛੱਡੋ, ਇਹ ਭਰ ਜਾਣੇ ਨੇ. ਇਹ ਮਿਟਾ ਲਾ. यस ਓਕੇ ਉਹਨਾਂ ਨੂੰ ਛੱਡ ਕੇ ਹੈਡਿੰਗ ਦਿਓ ਨੈਕਸਟ ਚੈਪਟਰ ਦਾ. ਹੁਣ ਹੈਗਾ ਤੁਹਾਡਾ ਪਹਿਲਾ ਚੈਪਟਰ ਫਿਜ਼ਿਕਸ. ਫਰੈਸ਼ ਹੋ ਜਾਓ, ਕਿਉਂਕਿ ਹੁਣ ਬਹੁਤ ਇੰਟਰਸਟਿੰਗ ਚੀਜ਼ਾਂ ਛੋਟੀਆਂ ਛੋਟੀਆਂ ਅਸੀਂ ਸ਼ੁਰੂ ਕਰਾਂਗੇ. ਹਾਲੇ ਅੱਜ ਥੋੜਾ ਜਿਹਾ ਸਲੋ ਹੋਏਗਾ, ਕੱਲ ਤੋਂ ਬਹੁਤ ਇੰਟਰਸਟਿੰਗ ਹੋ ਜਾਣਾ ਨੈਕਸਟ ਕਲਾਸ ਤੋਂ. ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਅਸੀਂ ਕਹਿੰਦੇ ਆ ਅਸੀਂ ਕੋਈ ਚੀਜ਼ ਮੈਜ਼ਰ ਕਰਦੇ ਆ, ਇਹਦਾ ਕੀ ਮਤਲਬ ਹੁੰਦਾ? what do you mean by measurement? ਹੁਣ ਇਹ ਨਾ ਮੈਨੂੰ ਪੰਜਾਬੀ ਚ ਕਹਿਣਾ ਨਾਪਣਾ,
ਮੈਂ ਤੁਹਾਨੂੰ ਟ੍ਰਾਂਸਲੇਟ ਕਰਨ ਨੂੰ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਕਹਿ ਰਿਹਾ ਮੈਜ਼ਰਮੈਂਟ ਦਾ ਮਤਲਬ ਕੀ ਹੁੰਦਾ ਹੈ। ਬੋਲੋ। ਕਿਸੇ ਫਿਕਸਡ ਕੁਆਂਟੀਟੀ ਦੇ ਵਿਦ ਰਿਸਪੈਕਟ ਨੂੰ ਟੂ ਕਿਸੇ ਚੀਜ਼ ਨੂੰ ਵੇਖਣਾ। ਹੁਣ ਮੈਨੂੰ ਤੂੰ ਕੰਧ ਦੇ ਵਿਦ ਰਿਸਪੈਕਟ ਦੇਖੇਂਗੀ ਤਾਂ ਮੈਂ ਮੈਜ਼ਰਮੈਂਟ ਹੋ ਗਈ। ਕੋਈ ਕਨਸਟੈਂਟ ਯੂਨੀਵਰਸਲੀ ਅਸੈਪਟਡ ਕੁਆਂਟੀਟੀ ਦੇ ਵਿਦ ਰਿਸਪੈਕਟ ਟੂ। ਉਹ ਪ੍ਰੋਸੈਸ ਹੈਗਾ ਬੇਟਾ, ਡੈਫੀਨੇਸ਼ਨ ਡਿਫਰੈਂਟ ਹੈਗੀ। ਹੁਣ ਧਿਆਨ ਨਾਲ ਸੁਣ, ਮੈਂ ਸਮਝਾ। ਮੈਜ਼ਰਮੈਂਟ ਆਫ ਲਿਖਣਾ ਨਹੀਂ ਕਿਸੇ ਨੇ ਹੁਣ। ਫਿਜ਼ੀਕਲ ਕੁਆਂਟੀਟੀ ਨੂੰ ਨਿਊਮੈਰਿਕ ਵੈਲਿਊ ਦੇਣੀ ਤੇ ਉਹਨੂੰ ਯੂਨਿਟ ਦੇਣਾ, ਉਹਨੂੰ ਅਸੀਂ ਕਹਿੰਦੇ ਹਾਂ ਮੈਜ਼ਰ। ਮਤਲਬ ਸਮਝੋ, ਪਹਿਲੇ ਮੈਂ ਤੁਹਾਨੂੰ ਫਿਜ਼ੀਕਲ ਕੁਆਂਟੀਟੀ ਦੱਸ। Physical quantities are quantities which can be measured. Example, ਕੀ ਨਾਪ ਸਕਦੇ ਹੋ? ਕੀ ਤੁਸੀਂ ਨਾਪ ਸਕਦੇ ਹੋ? ਦੱਸੋ ਮੈਨੂੰ। Length. Very good. Length. ਹੋਰ? Mass. Mass. height, Time. temperature, Time. Temperature. height, Area. mass, volume, speed, force, Force. डिस्प्लेसमेंट height, बस ਇਹ ਸਾਰੀਆਂ ਚੀਜ਼ਾਂ ਫਿਜ਼ੀਕਲ ਕੁਆਂਟੀਟੀਜ਼ ਨੇ। ਠੀਕ ਹੈ। ਸੋ ਮੈਜ਼ਰਮੈਂਟ ਦਾ ਕੀ ਮਤਲਬ ਹੁੰਦਾ ਹੈ? ਮੈਜ਼ਰਮੈਂਟ ਆਫ ਅ ਫਿਜ਼ੀਕਲ ਕੁਆਂਟੀਟੀ। ਕੋਈ ਫਿਜ਼ੀਕਲ ਕੁਆਂਟੀਟੀ ਲਓ, ਲੈਂਥ ਲੈ ਲਓ ਜਿਸ ਤਰ੍ਹਾਂ, ਉਹਨੂੰ ਤੁਸੀਂ ਇੱਕ ਨੂਮੈਰਿਕ ਵੈਲਿਊ ਦਿਓ ਤੇ ਉਹਨੂੰ ਯੂਨਿਟ ਦਿਓ, ਫਿਰ ਅਸੀਂ ਕਹਿੰਦੇ ਉਹਦੀ ਮੈਜ਼ਰਮੈਂਟ ਹੋਈ। ਜਿਸ ਤਰ੍ਹਾਂ ਤੁਸੀਂ ਕਹਿਤਾ ਕਿ ਅੰਮ੍ਰਿਤਸਰ ਤੋਂ ਜਲੰਧਰ 70 ਕਿਲੋਮੀਟਰ, 70 ਉਹਦੀ ਨਿਊਮੈਰਿਕ ਵੈਲਿਊ ਨੰਬਰ ਹੈ ਤੇ ਯੂਨਿਟ ਕੀ ਹੋ ਗਿਆ? ਕਿਲੋਮੀਟਰ। ਠੀਕ ਹੈ। ਸੋ ਉਹਨੂੰ ਅਸੀਂ ਕਹਿੰਦੇ ਹਾਂ ਮੈਜ਼ਰਮੈਂਟ। ਹੁਣ ਮੈਜ਼ਰਮੈਂਟ ਦੀ ਰਿਕੁਆਇਰਮੈਂਟ ਕਿਉਂ? Lord Kelvin sige stated that when we measure a quantity, we understand it better scientifically. ਜਦੋਂ ਅਸੀਂ ਕੋਈ ਕੁਆਂਟੀਟੀ ਨੂੰ ਮੈਜ਼ਰ ਕਰਦੇ ਹਾਂ, ਸਾਡੀ ਅੰਡਰਸਟੈਂਡਿੰਗ ਉਸ ਚੀਜ਼ ਬਾਰੇ ਕਲੀਅਰ ਕੱਟ ਹੋ ਜਾਂਦੀ। ਜਿਸ ਤਰ੍ਹਾਂ ਤੁਸੀਂ ਕਹਿ ਦਿਓ ਬਹੁਤ ਲੰਮਾ। ਹੁਣ ਬਹੁਤ ਲੰਮੇ ਦਾ ਕੀ ਮਤਲਬ ਹੁੰਦਾ ਹੈ? ਕਿ ਉਹ 1 ਮੀਟਰ ਲੰਮਾ ਹੈ, ਕਿ ਉਹ 7 ਮੀਟਰ ਲੰਮਾ ਹੈ, ਕਿ ਉਹ 70 ਮੀਟਰ ਲੰਮਾ ਹੈ, ਕਿ ਉਹ 700 ਮੀਟਰ ਲੰਮਾ। ਜੇ ਤੁਸੀਂ ਲਿਖ ਕੇ ਦਿਓ ਕਿ 25 ਮੀਟਰਸ ਲੌਂਗ, ਉਹ ਜ਼ਿਆਦਾ ਕਲੀਅਰ ਨਹੀਂ ਹੋ ਜਾਂਦਾ ਕਿ 25 ਮੀਟਰਸ, 1 ਮੀਟਰ ਜੇ ਨਾ ਹੈ ਤੇ 25 ਟਾਈਮਸ ਹੈਗਾ। ਸੋ ਜਦੋਂ ਵੀ ਤੁਸੀਂ ਮੈਜ਼ਰਮੈਂਟ ਦਿੰਦੇ ਹੋ ਨਾ ਕੋਈ ਚੀਜ਼ ਦੀ, ਉਹਦੀ ਕਲੈਰਿਟੀ ਜ਼ਿਆਦਾ ਹੋ ਜਾਂਦੀ। ਜਦੋਂ ਤੁਸੀਂ ਕਹਿੰਦੇ ਹੋ ਇੱਕ ਕਮਰਾ ਹੈਗਾ ਟੂ ਸੇ 10 ਫੀਟ ਹਾਈ, 15 ਫੀਟ ਬ੍ਰੈਥ ਤੇ 20 ਫੀਟ ਲੌਂਗ, ਉਹਦੀ ਪਿਕਚਰ ਬਣ ਜਾਂਦੀ ਕਿ ਕਮਰੇ ਦੀ ਇਹ ਡਾਇਮੈਂਸ਼ਨਸ ਹੈ, ਛੋਟਾ ਹੈ ਕਿ ਵੱਡਾ ਹੈ ਕਿ ਮੀਡੀਅਮ ਹੈ। ਸੋ ਤੁਹਾਨੂੰ ਮੈਜ਼ਰਮੈਂਟ ਦੇਣੀ ਜ਼ਰੂਰੀ ਹੁੰਦੀ ਕੋਈ ਚੀਜ਼ ਦੀ, ਫਿਰ ਸਾਨੂੰ ਉਸ ਚੀਜ਼ ਦੀ ਅੰਡਰਸਟੈਂਡਿੰਗ ਬੈਟਰ ਹੋ ਜਾਂਦੀ। ਜੇ ਨਾ ਦਸੀਏ ਫਿਰ ਕਿਓਸ ਹੁੰਦਾ। ਹੁਣ ਤੁਹਾਨੂੰ ਯਾਦ ਹੋਏਗਾ, ਤੁਸੀਂ ਇਹ ਸਾਰਿਆਂ ਨੇ ਪੜ੍ਹੀ ਹੋਣੀ ਹੈ। ਡੂ ਯੂ ਰਿਮੈਂਬਰ ਦਿਸ? ਬਾਰਟਰ ਸਿਸਟਮ ਪੜ੍ਹਿਆ ਹੋਇਆ? Yes, sir. Yes, sir. ਕੀ ਹੁੰਦਾ ਸੀ ਬਾਰਟਰ ਸਿਸਟਮ? System of exchanges. सर किसी चीज के बदले जो आपको चाहिए वो ले लो। ਹਾਂ,
ਹੁਣ ਦੇਖੋ ਪੁਰਾਣੇ ਜ਼ਮਾਨੇ ਵਿੱਚ ਬਾਰਟਰ ਸਿਸਟਮ ਹੁੰਦਾ ਸੀ। ਹੁਣ ਸਪੋਜ਼ ਕਰੋ ਕਿਸੇ ਕੋਲ ਚਾਵਲ ਸੀਗੇ ਬਹੁਤ ਜ਼ਿਆਦਾ, ਕਿਸੇ ਕੋਲ ਵੀਟ ਹੈਗਾ ਸੀ ਬਹੁਤ ਜ਼ਿਆਦਾ, ਉਹ ਇੱਕ ਬੋਰੀ ਚਾਵਲ ਦਿੰਦਾ ਸੀ, ਇੱਕ ਬੋਰੀ ਵੀਟ ਦੀ ਚੁੱਕ ਕੇ ਲੈ ਜਾਂਦਾ ਸੀ, ਸੋ ਐਕਸਚੇਂਜ ਹੋ ਜਾਂਦੇ ਸੀ। ਪਰ ਜਿਸ ਤਰ੍ਹਾਂ ਟਾਈਮ ਬੀਤਿਆ, ਲੋਕ ਸਿਆਣੇ ਹੋਣੇ ਸ਼ੁਰੂ ਹੋ ਗਏ। ਹੁਣ ਇਸ ਤਰ੍ਹਾਂ ਥੋੜਾ ਹੁੰਦਾ ਕਿ ਕੋਈ ਬੰਦਾ ਇੱਕ ਆ ਕੇ ਬੋਰੀ ਚਾਵਲ ਦੀ ਦੇ ਜਾਏ ਤੇ ਇੱਕ ਬੋਰੀ ਸੋਨੇ ਦੀ ਲੈ ਜਾਏ। ਸੋਨਾ ਐਕਸਟ੍ਰੈਕਟ ਕਰਨਾ ਬਹੁਤ ਮੁਸ਼ਕਿਲ ਹੈਗਾ। ਉਹ ਹੌਲੀ ਹੌਲੀ ਲੋਕਾਂ ਨੂੰ ਸਮਝ ਲੱਗ ਗਈ ਕਿ ਹਰ ਚੀਜ਼ ਦੀ ਡਿਫਰੈਂਟ ਵੈਲਿਊ ਹੈਗੀ। ਤੇ ਜਦੋਂ ਉਹ ਚੀਜ਼ਾਂ ਹੋਈਆਂ, ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ, ਉਹਨੇ ਮਤਲਬ ਸਪੋਜ਼ ਕਰੋ ਬਾਰਟਰ ਸਿਸਟਮ ਚੱਲ ਰਿਹਾ, ਇੱਕ ਬੰਦੇ ਨੇ ਚਾਵਲ ਦਿੱਤੇ, ਉਹਦੇ ਕੋਲ ਮੰਗੇ ਇੱਕ ਬੋਰੀ ਸੋਨੇ ਦੀ, ਇੱਕ ਬੋਰੀ ਚਾਵਲ ਦੇ ਕੇ, ਤੇ ਲੜਾਈ ਤੇ ਹੋਣੀ। ਫਿਰ ਉਹ ਕਿਓਸ ਕ੍ਰੀਏਟ ਹੋਣਾ ਸ਼ੁਰੂ ਹੋ ਗਿਆ, ਲੜਾਈਆਂ ਸ਼ੁਰੂ ਹੋ ਗਈ। ਉਹੀ ਚੀਜ਼ ਨੂੰ ਓਵਰਕਮ ਕਰਨ ਵਾਸਤੇ ਮੈਜ਼ਰਮੈਂਟ ਪੈਦਾ ਹੋਇਆ, ਮੈਜ਼ਰਿੰਗ ਸਿਸਟਮਸ ਨੂੰ ਸ਼ੁਰੂ ਕੀਤਾ ਗਿਆ ਸੋ ਦੈਟ ਇਹ ਲੜਾਈਆਂ ਬੰਦ ਹੋ। ਜਿਹੜੀ ਚੀਜ਼ ਦੀ ਵੈਲਿਊ ਹੈਗੀ, ਫੋਰ ਐਗਜ਼ਾਮਪਲ ਤੁਸੀਂ 40 ਕਿਲੋ ਚਾਵਲ ਦਿੰਦੇ ਹੋ ਤੇ ਹੋ ਸਕਦਾ 1 ਗ੍ਰਾਮ ਸੋਨਾ ਮਿਲੇ, ਉਹਦੇ ਨਾਲ ਫਿਰ ਉਹ ਲੜਾਈਆਂ ਬੰਦ ਹੋ ਗਈ, ਪਤਾ ਲੱਗ ਗਿਆ ਕਿ ਇਹਦੇ ਬਦਲੇ ਇਹ ਮਿਲਣਾ। ਸੋ ਦੈਟ ਵਾਸ ਦ ਬੇਸਿਕ ਆਈਡੀਆ ਕਿਉਂ ਅਸੀਂ ਮੈਜ਼ਰਮੈਂਟ ਲਿਆਏ। ਇਹਨੂੰ ਉਤਾਰ ਲਓ ਪਹਿਲੇ, ਫਿਰ ਅੱਗੇ ਚੱਲਦੇ। Done, sir. Okay. Excuse me, sir. हम्म, सर, और जो बुकिश डेफिनेशन होती है मेजरमेंट की, सर उसकी जगह हम ये भी लिख सकते हैं। हाँ बेटा, इसमें 100% करेक्ट है। जो भी तो मैं लिखाना है 100% करेक्ट है। कोई टीचर को मतलब ਉਹਦੇ ਨਾਲ ਬਹਿਸ ਨਹੀਂ ਕਰ ਸਕਦਾ, ਇਹ ਯਾਦ ਰੱਖ। ओके सर। ओके, बुकिश ਤਾਂ ਲਿਖਣੀ ਨਹੀਂ ਹੁੰਦੀ, ਆਪਣੀ ਲੈਂਗੁਏਜ ਨਾਲ। Sir, done. ओके, ਹੁਣ ਧਿਆਨ ਨਾਲ ਦੇਖ। Measurement is a comparison process. ਹੁਣ ਕੰਪੈਰੀਜ਼ਨ ਪ੍ਰੋਸੈਸ ਦਾ ਕੀ ਮਤਲਬ? ਜਦੋਂ ਅਸੀਂ ਕਹਿੰਦੇ ਆ 5 ਮੀਟਰ, ਇਹਦਾ ਮਤਲਬ ਹੁੰਦਾ 1 ਮੀਟਰ ਪਤਾ ਹੋਏ ਤੇ ਉਹਦੇ ਤੋਂ 5 ਗੁਣਾ। 5 ਮੀਟਰ ਦਾ ਕੀ ਮਤਲਬ? 5 ਟਾਈਮਸ 1 ਮੀਟਰ। 1 ਮੀਟਰ ਦੀ ਡੈਫੀਨੇਸ਼ਨ ਮੰਨ ਲਓ 1 ਮੀਟਰ ਇੰਨਾ, ਇਹਦੇ ਤੋਂ 5 ਟਾਈਮਸ 1 2 3 4 5, ਉਤੋਂ ਸਾਨੂੰ ਪਤਾ ਲੱਗ ਜਾਂਦਾ ਕਿ 5। measurement is a comparison process। ਹੁਣ ਕੁਐਸਚਨ ਇਹ ਉੱਠਦਾ ਹੈ ਕਿ ਉਹ ਜਿਹੜੇ 1 ਮੀਟਰ 1 kg 1 ਸੈਕਿੰਡ 1 ਨਿਊਟਨ, ਇਹ ਚੀਜ਼ਾਂ ਬਣਾਈਆਂ ਕਿਹਨੇ?
ਉਹ ਸਮਝਣ ਤੋਂ ਪਹਿਲੇ ਅਸੀਂ यूनिट डिफाइन कर। यूनिट is the standard for measuring a physical quantity. Example, length का unit होना 1 meter, 1 centimeter, 1 kilometer, and length का मतलब 1 kg, 1 gram, mass का measure 1 newton, 1 dyne. एक unit is force. this is force. So standard ਜਿਹੜਾ ਅਸੀਂ use ਕਰਦੇ ਹਾਂ measuring of physical quantity ਨੂੰ ਅਸੀਂ ਕਹਿੰਦੇ ਹਾਂ unit। ਹੁਣ ਧਿਆਨ ਨਾਲ ਦੇਖੋ, units are defined by the Standard Bureau of Weights and Measurement। एक ऑर्गेनाइजेशन हैगी है जिस तरह यूनाइटेड नेशंस हैगा ना, उस तरह ਇਹ ਹੈਗਾ ਸਟੈਂਡਰਡ ਬਿਊਰੋ ਆਫ ਵੇਟਸ ਐਂਡ ਮੈਜਰਮੈਂਟ। ਇਹ ਫਰਾਂਸ ਵਿੱਚ ਪੈਂਦਾ ਹੈ, ਸਰਨ ਦੇ ਵਿੱਚ। ਇਹ ਉੱਥੇ ਫੈਸਲੇ ਕਰਦੇ ਨੇ ਕਿ 1 ਮੀਟਰ ਕਿੰਨਾ ਹੈਗਾ। ਇਹ ਨਹੀਂ ਹੈਗਾ ਦਿਲ ਕੀਤਾ ਚਲੋ ਇੰਨਾ ਕੁ ਲੈ ਲਈਏ, ਹਾਂ ਪ੍ਰੋਪਰ ਡੈਫੀਨੇਸ਼ਨ ਹੈਗੀ। ਇਹ 1 ਮੀਟਰ ਹੈਗਾ, 1 ਕਿਲੋ ਇੰਨਾ ਹੋਏਗਾ। ਜਿੰਨਾ ਵੀ ਲਿਆ ਗਿਆ ਹੈ ਉਹ ਸਾਰੀ ਦੁਨੀਆ ਮੰਨਦੀ, ਮਤਲਬ ਉੱਥੇ ਬੈਠੀ ਹੁੰਦੀ, ਸਾਰੇ ਰਿਪਰੈਜ਼ੈਂਟੇਟਿਵ ਬੈਠੇ ਹੁੰਦੇ ਤੇ ਉਹ ਫੈਸਲਾ ਕਰਦੇ ਨੇ। ਸੋ ਇਹ ਮੇਜਰ ਚੀਜ਼ ਹੈ, ਤੁਹਾਨੂੰ ਥੋੜਾ ਆਈਡੀਆ ਦੇ ਰਿਹਾ ਸਾਰੀ ਚੀਜ਼ਾਂ। ਇਹਨੂੰ ਉਤਾਰ ਲਓ ਇੱਥੇ ਤੱਕ। Sir, done. ओके, बाकियां भी लिखना। ओके, बता दा दसो। Sir, 1 second. 1 सेकंड हो गया। 30 seconds. Who was this? ये कौन बोले ऐसे का? नाम की बेटा? Shehnaz. अच्छा, शहनाज सिंह। नोटी है तो हो गया 30 सेकंड। बता दा। Sir, done. Sir, done. ओके, ध्यान ਨਾਲ देखो। देखो ਇਹ ਹੈਗੀ ਫਿਜ਼ੀਕਲ ਕੁਆਂਟੀਟੀ। ਇਹ ਹੁੰਦਾ ਹੈ ਨਿਊਮੈਰਿਕ ਵੈਲਿਊ, ਇਹ ਹੁੰਦਾ ਯੂਨਿਟ। ਇਹ ਹੈਗੀ ਤੁਹਾਡੀ ਫਿਜ਼ੀਕਲ ਕੁਆਂਟੀਟੀ। ਇਹ ਨਿਊਮੈਰਿਕ ਵੈਲਿਊ, ਇਹ ਉਹਦਾ ਯੂਨਿਟ। ਨੋਟ, n is inversely proportional to u। ਇਹਦਾ ਕੀ ਮਤਲਬ ਹੈ? सर कि अगर n की वैल्यू इंक्रीज होगी तो u की वैल्यू डिक्रीज So होगी, constant इनवर्सली प्रोपोर्शनल। ਇਨਵਰਸਲੀ ਦਾ ਮਤਲਬ ਹੁੰਦਾ ਹੈ ਜੇ ਇਹ ਵੱਡਾ ਹੋਇਆ ਤੇ ਇਹ ਛੋਟਾ ਹੋਇਆ। ਹੁਣ ਦੇਖੋ ਐਗਜ਼ਾਮਪਲ, 5 kg is 5 या 1 kg ਲੈ, 1 kg is 1000 grams। ਹੁਣ ਯੂਨਿਟ ਵੱਡਾ ਕਿਹੜਾ ਹੈ, kg ਕਿ ਗ੍ਰਾਮ? kg. kg। ਜੇ ਇਹ ਵੱਡਾ ਹੈ ਤੇ ਇਹ ਛੋਟਾ ਹੈ, ਤੇ ਜੇ ਇਹ ਛੋਟਾ ਹੈ ਤੇ ਇਹ ਵੱਡਾ।
ਹੈਗੇ ਦੋਨੇ ਬਰਾਬਰ ਨੇ 1 kg ਤੇ 1000 ਗ੍ਰਾਮ ਸੇਮ ਨੇ। ਸੋ ਯੂਨਿਟ ਤੇ ਨਿਊਮੈਰਿਕ ਵੈਲਿਊ ਜਿਹੜੇ ਹੈਗੇ ਨੇ ਇਨਵਰਸਲੀ ਪ੍ਰੋਪੋਰਸ਼ਨਲ ਹੈ, ਇਹ ਯਾਦ ਰੱਖਣਾ। ਸੋ ਇਹ ਵੀ ਉਤਾਰ ਲਓ, ਫਿਰ ਅੱਗੇ ਚੱਲੋ। ਕਾਪੀ ਦਿਸ ਡਾਊਨ। Sir, done. ਓਕੇ, ਓਕੇ ਮੈਂ ਬਤਾਉਣ ਲੱਗਾ। ਹੁਣ ਧਿਆਨ ਨਾਲ ਦੇਖੋ, ਲਿਖਣਾ ਨਹੀਂ, ਹੁਣ ਨਾ ਲਿਖਣਾ, ਹੁਣ ਬਹੁਤ ਇੰਪੋਰਟੈਂਟ ਹੈ। ਕੈਰੈਕਟਰਿਸਟਿਕਸ ਆਫ ਅ ਯੂਨਿਟ। ਜਦੋਂ ਅਸੀਂ ਯੂਨਿਟ ਸਿਲੈਕਟ ਕਰਦੇ ਹਾਂ, ਸਾਡੇ ਦਿਮਾਗ ਵਿੱਚ ਕੀ ਹੋਣਾ ਚਾਹੀਦਾ? ਨੰਬਰ 1, ना बहुत बड़ा है ना बहुत छोटा है। फॉर एग्जांपल मैं अमृतसर टू से दिल्ली मेजरमेंट करनी, लेंथ डिस्टेंस की, मैं कैसे मेजरमेंट करा? किलोमीटर। किलोमीटर्स किलोमीटर, सेंटीमीटर ਤੇ ਨਹੀਂ। ਸਰ ਉਹਦੇ No, ਲਈ ਨਿਊਮੈਰਿਕ sir. ਵੈਲਿਊ ਬਹੁਤ ਜ਼ਿਆਦਾ ਇਨਕਰੀਜ਼ ਕਰਦੀ ਹੈ। ਹਾਂ, ਮੇਰੀ ਵੈਲਿਊ ਫਿਰ ਬਹੁਤ ਵੱਡੀ ਹੋਈ, ਸੋ ਅਸੀਂ ਸੈਂਟੀਮੀਟਰ ਨਹੀਂ ਲਾਂਗੇ। ਇਸ ਤਰ੍ਹਾਂ ਇੱਕ ਹੋਰ ਯੂਨਿਟ ਹੁੰਦਾ ਲਾਈਟ ਈਅਰ। ਲਾਈਟ ਈਅਰ ਵਿੱਚ ਤੇ ਨਹੀਂ, ਲਾਈਟ ਈਅਰ ਹੁੰਦਾ ਐਸਟ੍ਰੋਨੋਮਿਕਲ ਡਿਸਟੈਂਸ ਨੂੰ ਮੇਜਰ ਕਰਨ ਵਾਸਤੇ, ਸੋ ਉਹ ਨਹੀਂ ਲੈਣਾ, ਨਾ ਤੁਸੀਂ ਸੈਂਟੀਮੀਟਰ ਲੈਣਾ। ਲੈਣਾ ਕੀ ਹੈ? ਪ੍ਰੋਪਰ ਯੂਨਿਟ, ਕਿਲੋਮੀਟਰ। Kilometer. ਹਾਂ, ਇਹ ਅਸੀਂ ਸਿਲੈਕਟ ਕਰਨਾ ਹੁੰਦਾ ਕਿਹੜਾ ਚੂਜ਼ ਕਰਨਾ ਹੈ, ਇਹ ਬੜਾ ਧਿਆਨ ਰੱਖਣਾ। ਇਹ ਸਭ ਤੋਂ ਇੰਪੋਰਟੈਂਟ ਤਾਂ ਮੈਂ ਲਿਖਣਾ, ਇਟ ਸ਼ੁਡ ਬੀ, ਲਿਖਣਾ ਨਾ ਲੈ, universally accepted। मतलब हर कंट्री ਨੂੰ ਕੰਟਰੀ ਇਹਨੂੰ ਮੰਨੇ। ਲੈਟ ਮੀ ਗਿਵ ਯੂ ਐਨ ਐਗਜ਼ਾਮਪਲ। ਸਾਡਾ ਬੈਸਟ ਫਰੈਂਡ ਕੌਣ ਹੈਗਾ ਸਾਰੀ ਕੰਟਰੀਜ਼ ਵਿੱਚੋਂ? America. ਉਹ ਚੱਲ ਪਾਕਿਸਤਾਨ ਹੈਗਾ। वो तो दुश्मन है। ਮੈਂ ਸਰਕੈਸਟਿਕਲੀ ਪੁੱਛ ਰਿਹਾ। ਸੋ ਪਾਕਿਸਤਾਨ ਨੂੰ ਮੰਨ ਕੇ ਚਲੋ ਸਾਡਾ ਬੈਸਟ ਫਰੈਂਡ ਹੈ। ਹੁਣ ਹੋਇਆ ਕਿ 1 ਮੀਟਰ ਜਦੋਂ ਸਿਲੈਕਟ ਹੋਇਆ, 1 ਮੀਟਰ ਦੀ ਲੈਂਥ ਡਿਫਾਈਨ ਹੋ ਗਈ, ਇੰਡੀਆ ਨੇ ਮੰਨ ਲਈ, ਕਹਿੰਦੇ ਠੀਕ ਹੈ ਅੱਜ ਤੋਂ ਬਾਅਦ ਇੰਨਾ 1 ਮੀਟਰ ਹੈਗਾ। ਅਮਰੀਕਾ ਨੇ ਮੰਨ ਲਈ, ਰਸ਼ੀਆ ਨੇ ਮੰਨ ਲਈ, ਫਰਾਂਸ ਨੇ ਮੰਨ ਲਈ, ਜਾਪਾਨ ਨੇ ਮੰਨ ਲਈ, ਚਾਈਨਾ ਨੇ ਮੰਨ ਲਈ, ਹਰ ਕੰਟਰੀ ਨੇ ਮੰਨ ਲਈ। ਪਾਕਿਸਤਾਨ ਕਹਿੰਦਾ ਮੈਂ ਕਿਉਂ ਮੰਨਾਂ? ਕਹਿੰਦਾ ਜੇ ਹਿੰਦੁਸਤਾਨ ਨੇ ਇੰਨੀ ਲੈਂਥ ਨੂੰ 1 ਮੀਟਰ ਮੰਨਿਆ, ਮੈਂ ਤੇ ਇਸ ਤੋਂ ਅੱਧੀ ਮੰਨਾਂਗਾ। ਉਹਨੇ ਅੱਧੀ ਮੰਨ ਲਈ। ਹੁਣ ਪ੍ਰੋਬਲਮ ਕੀ ਹੋਈ? ਪ੍ਰੋਬਲਮ ਇਹ ਹੋਈ ਕਿ ਮੇਰੇ ਨਾਲ ਧੋਖਾ ਹੋ ਗਿਆ ਇਸ ਗੱਲ ਦਾ। ਹੋਇਆ ਕਿ ਜੱਥੇ ਜਾਂਦੇ ਨਾ ਪਾਕਿਸਤਾਨ, ਤੇ ਮੇਰਾ ਇੱਕ ਸਟੂਡੈਂਟ ਸੀ, ਉਹਦੇ ਫਾਦਰ ਨੇ ਤੇ ਉਹਨੇ ਵੀ, ਬੱਚੇ ਨੇ ਵੀ ਜਾਣਾ ਸੀਗਾ ਪਾਕਿਸਤਾਨ, ਤੇ ਮੇਰੇ ਕੋਲ ਆਇਆ ਇੱਕ ਦਿਨ, ਮੈਨੂੰ ਕਹਿੰਦਾ ਸਰ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ ਪਾਕਿਸਤਾਨ ਤੋਂ, ਅਸੀਂ ਜਾ ਰਹੇ ਹਾਂ। ਮੈਂ ਕਿਹਾ ਨਹੀਂ ਬੇਟਾ ਨਹੀਂ, ਮੈਨੂੰ ਆਈ ਡੋਂਟ ਨੀਡ। ਕਹਿੰਦਾ ਨਹੀਂ ਸਰ ਕੁਝ ਤੇ ਲੈ ਲਓ ਤੁਸੀਂ, ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ। ਮੈਂ ਕਿਹਾ ਚਲੋ ਠੀਕ ਹੈ ਬੇਟਾ। ਇਸ ਤਰ੍ਹਾਂ ਕਰ ਇੱਕ ਪਠਾਨ ਸੂਟ ਲੈ। ਪਠਾਨ ਸੂਟ ਪਾਕਿਸਤਾਨ ਦੇ ਬਹੁਤ ਫੇਮਸ ਹੈਗੇ ਨੇ। ਕਲਰ ਵੀ ਮੈਂ ਦੱਸਦਾ, ਮੈਂ ਕਿਹਾ ਬਲੂ ਕਲਰ ਮੈਨੂੰ ਚਾਹੀਦਾ, ਤੇ ਉਹ ਲੈ ਆਈ। ਕਹਿੰਦਾ ਠੀਕ ਹੈ। ਉੱਥੇ ਗਿਆ, ਲਾਸਟ ਡੇ ਉਹਨੇ ਸ਼ਾਪਿੰਗ ਕੀਤੀ। ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿੰਨਾ ਚਾਹੀਦਾ ਕੱਪੜਾ, ਮੈਂ ਕਿਹਾ 5 ਮੀਟਰ। ਉਹਨਾਂ ਨੇ ਉਹਨੂੰ ਕਹਿਤਾ 5 ਮੀਟਰ ਕੱਪੜਾ ਇਹ ਵਾਲਾ ਮੈਨੂੰ ਪੈਕ ਕਰ ਦਿਓ। ਉਹਨੇ ਕੱਟ ਕੇ ਪੈਕ ਕਰਤਾ, ਹੈ ਉਹ ਲੈ ਆਇਆ, ਉਹਨੇ ਮੈਨੂੰ ਫੜਾ ਦਿੱਤਾ। ਹੁਣ ਹੋਇਆ ਕੀ? ਉਹਨਾਂ ਨੇ ਪਾਕਿਸਤਾਨੀਆਂ ਨੇ 5 ਮੀਟਰ ਆਪਣੇ ਮੀਟਰ ਦੇ ਹਿਸਾਬ ਨਾਲ ਕੱਟਿਆ। ਹੁਣ ਉਹ ਇੱਥੇ ਪਹੁੰਚ ਕੇ ਕਿੰਨਾ ਰਹਿ ਗਿਆ? ਕਿਉਂਕਿ ਅੱਧਾ ਸੀ ਸਾਡੇ ਨਾਲੋਂ। ਮੈਂ 5 ਮੀਟਰ ਮੰਗਾਇਆ, ਕਿੰਨਾ ਮੈਨੂੰ ਮਿਲਿਆ? 2.5 ਮੀਟਰ। 2.5 ਮੀਟਰ, 2.5 ਮੀਟਰ। ਹੁਣ ਜਦੋਂ ਮੈਨੂੰ ਅੱਧਾ ਕੱਪੜਾ ਮਿਲਿਆ, ਉਹਦੇ ਨਾਲ ਮੇਰਾ ਕੁੜਤਾ ਪਜਾਮਾ ਥੋੜਾ ਬਣੇਗਾ, ਉਹਦਾ ਨਿੱਕਰ ਕਮੀਜ਼ ਬਣ ਜਾਏਗੀ। ਤਾਂ ਫਿਰ ਹੋਇਆ ਨਾ ਮੇਰੇ ਨਾਲ ਧੋਖਾ, ਮੇਰੀ ਬਣ ਗਈ ਨਿੱਕਰ ਕਮੀਜ਼। ਸੋ ਇਹ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਹਰ ਕੰਟਰੀ ਨੂੰ ਮੰਨਣਾ ਪੈਂਦਾ, ਤਦੇ ਉਸ ਬਿਊਰੋ ਦੇ ਵਿੱਚ ਉਹਦੀ ਪ੍ਰੈਜ਼ੈਂਸ ਮਸਟ ਹੈਗੀ। ਜਦੋਂ ਉੱਥੇ ਫੈਸਲੇ ਹੁੰਦੇ ਨੇ, ਹਰ ਕੰਟਰੀ ਯੈਸ ਕਰਦੀ, ਫਿਰ ਇਹ ਐਕਸੈਪਟ ਹੁੰਦਾ। ਸੋ ਦਿਸ ਸ਼ੁੱਡ ਬੀ ਯੂਨੀਵਰਸਲੀ ਐਕਸੈਪਟਡ। ਇਹ ਸਟੋਰੀ ਮੈਂ ਕਿਉਂ ਸੁਣਾਈ? ਕਿਉਂਕਿ ਜਦੋਂ ਤੁਸੀਂ ਸਕੂਲ ਦੇ ਐਗਜ਼ਾਮ ਵਿੱਚ ਲਿਖਣਾ, ਇਹ ਸਟੋਰੀ ਯਾਦ ਕਰਕੇ ਪੁਆਇੰਟ ਤੁਹਾਨੂੰ ਯਾਦ ਆ ਜਾਏ। ਤੀਸਰਾ, temperature pressure
ਦੇ ਨਾਲ ਇਹ ਵੇਰੀ ਨਹੀਂ ਕਰਨਾ ਚਾਹੀਦਾ। ਮੈਂ ਦੱਸਣ ਲੱਗਾ ਇਹਦਾ ਮਤਲਬ। ਫੋਰਥ, ਈਜ਼ਲੀ ਐਕਸੈਸਿਬਲ ਹੋਏ, ਮਤਲਬ ਆਰਾਮ ਨਾਲ ਇਹਦੀ ਡੈਫੀਨੇਸ਼ਨ ਸਾਨੂੰ ਮਿਲ ਜਾਏ। ਮੈਂ ਹੁਣ ਸਮਝਾਉਣ ਲੱਗਾ ਇਹ ਦੋਨਾਂ ਦਾ ਕੀ ਮਤਲਬ। ਜਦੋਂ 1 ਮੀਟਰ ਪਹਿਲੀ ਵਾਰੀ ਡਿਫਾਈਨ ਹੋਇਆ ਉਹ ਇੱਥੋਂ ਆਇਆ, ਇੱਕ ਰੋਡ ਕੱਟੀ ਗਈ ਪਲੈਟੀਨਮ ਇਰੇਡੀਅਮ, ਪਲੈਟੀਨਮ ਇਰੇਡੀਅਮ ਦਾ ਮਿਕਸਚਰ ਅਲੋਏ ਦੀ ਇੱਕ ਰੋਡ ਕੱਟੀ ਗਈ, ਉਹਦੀ ਲੈਂਥ ਸੀਗੀ 1, ਉਹਨੂੰ ਇੱਕ ਵਾਟਰ ਬਾਥ ਦੇ ਵਿੱਚ ਰੱਖਿਆ। ਪਾਣੀ ਦਾ ਬਾਥ ਲੈ ਕੇ ਉਹਦੇ ਵਿੱਚ ਟੰਗਿਆ ਗਿਆ ਔਰ ਉਹ ਟੈਂਪਰੇਚਰ ਪਾਣੀ ਦਾ ਫਿਕਸ ਕੀਤਾ ਗਿਆ। ਥੀਟਾ ਡਿਗਰੀ ਕੋਈ ਟੈਂਪਰੇਚਰ ਫਿਕਸ ਕਰਤਾ ਗਿਆ, ਹੁਣ ਮੈਨੂੰ ਨਹੀਂ ਪਤਾ, ਯਾਦ ਨਹੀਂ ਹੈਗਾ ਮੈਨੂੰ ਕਿੰਨਾ ਸੀਗਾ, ਟੈਂਪਰੇਚਰ ਫਿਕਸ ਹੋ ਗਿਆ। ਸੋ ਇਹਦੀ ਲੈਂਥ ਨਾਪੀ ਗਈ, ਉਹਨੂੰ ਉਹਨਾਂ ਨੇ ਕਿਹਾ 1 ਮੀਟਰ। ਹੁਣ ਹੋਇਆ ਕਿ ਹਰ ਕੰਟਰੀ ਨੂੰ ਇਹਦੇ ਨਾਲ ਜੋੜ ਕੇ ਪਲੈਟੀਨਮ ਇਰੇਡੀਅਮ ਰੋਡਸ ਬਣਾ ਕੇ ਹਰ ਕੰਟਰੀ ਨੂੰ ਦਿੱਤੇ ਗਏ ਔਰ ਹਰ ਕੰਟਰੀ ਨੇ ਆਪਣੇ ਆਪਣੇ ਵਾਟਰ ਬਾਥ ਵਿੱਚ ਰੱਖ ਕੇ ਟੈਂਪਰੇਚਰ ਮੇਨਟੇਨ ਕਰਕੇ ਆਪਣੇ ਆਪਣੀ ਕੰਟਰੀ ਵਿੱਚ ਲਾਏ, ਜਿਸ ਤਰ੍ਹਾਂ ਅਸੀਂ ਇੰਡੀਆ 'ਚ ਲਾਏ। ਇੰਡੀਆ ਵਿੱਚ ਇਹ ਪਿਆ ਹੈ NPL ਵਿੱਚ। ਮੈਂ ਦੇਖਿਆ ਦਿਸ ਇਜ਼ ਦ ਨੈਸ਼ਨਲ ਫਿਜ਼ੀਕਲ ਲੈਬੋਰਟਰੀ ਨਿਊ ਦਿੱਲੀ, ਇਹ ਉੱਥੇ ਪਿਆ ਹੈ, ਆਈਵ ਸੀਨ ਇਟ। ਸੋ ਇਹ ਉੱਥੇ ਲੈ ਕੇ ਰੱਖਤਾ, ਉੱਥੋਂ ਹਰ ਬੰਦੇ ਨੇ ਮਤਲਬ ਹਰ ਸਟੇਟ ਨੇ ਉੱਥੋਂ ਮੈਜ਼ਰਮੈਂਟ ਲਈ ਤੇ ਆਪਣੇ ਆਪਣੇ ਸਟੇਟ ਤੇ ਲੈ ਗਏ ਤੇ ਉੱਥੇ ਲੋਕਾਂ 'ਚ ਵੰਡਤਾ। ਸੋ ਇਹ ਤੱਦੇ ਲੋਕਾਂ ਦੇ ਵਿੱਚ ਪਹੁੰਚ ਗਏ 1 ਮੀਟਰ ਦੀ ਡੈਫੀਨੇਸ਼ਨ। ਹੁਣ ਦੇਖੋ ਇਹ ਟੈਂਪਰੇਚਰ ਕਿਉਂ ਮੇਨਟੇਨ ਕੀਤਾ, ਕਿਉਂਕਿ ਜੇ ਟੈਂਪਰੇਚਰ ਵੱਧ ਜਾਏ, ਟੈਂਪਰੇਚਰ ਵੱਧ ਗਿਆ ਤੇ ਇਹਨੇ ਲੰਮਾ ਹੋ ਜਾਣਾ ਤੇ ਕੋਈ ਉਸ ਵਕਤ ਮੈਜ਼ਰਮੈਂਟ ਕਰੇ ਉਹਦਾ ਮੀਟਰ ਤੇ ਲੰਮਾ ਹੋ ਗਿਆ, ਤੇ ਜੇ ਸਰਦੀਆਂ ਆ ਗਈਆਂ ਤੇ ਇਹਨੇ ਸੁੰਗੜ ਜਾਣਾ। ਜੇ ਟੈਂਪਰੇਚਰ ਘਟ ਗਿਆ ਤੇ ਉਹਦੀ ਲੈਂਥ ਛੋਟੀ ਹੋ ਜਾਏਗੀ, ਕੋਈ ਉਸ ਵਕਤ ਨਾਪਣ ਆਇਆ ਤੇ ਉਹਦੀ ਲੈਂਥ ਛੋਟੀ ਰਹਿ ਜਾਣੀ 1 ਮੀਟਰ। ਸੋ ਕਨਫਿਊਜ਼ਨ ਫੇਰ ਸ਼ੁਰੂ ਹੋ ਜਾਣੀ। ਸੋ ਉਹਨੂੰ ਅਵੋਇਡ ਕਰਨ ਵਾਸਤੇ ਇਹ ਡੈਫੀਨੇਸ਼ਨ ਪ੍ਰੋਪਰ ਬਣਾਉਣੀ ਪੈਂਦੀ ਹੈ। ਇਟ ਸ਼ੁਡ ਬੀ ਵੈਲ ਡਿਫਾਈਨਡ, ਇਟ ਸ਼ੁਡ ਬੀ ਯੂਨੀਵਰਸਲੀ ਐਕਸੈਪਟਡ ਐਂਡ ਵੈਲ ਡਿਫਾਈਨਡ। ਮਤਲਬ ਉੱਥੇ ਦੱਸਿਆ ਹੋਏ ਕਿ ਤੁਹਾਨੂੰ ਇਸ ਟੈਂਪਰੇਚਰ ਤੇ ਰੱਖਣਾ ਪਏਗਾ, ਇਹ ਲੈਂਥ ਹੋਏਗੀ ਐਂਡ ਸੋ ਔਨ। ਇਟ ਸ਼ੁਡ ਨਾਟ ਵੇਰੀ ਵਿਦ ਟੈਂਪਰੇਚਰ, ਪ੍ਰੈਸ਼ਰ ਐਟਸੈਟਰਾ, ਕਿਉਂਕਿ ਤੁਹਾਨੂੰ ਮੈਂ ਦੱਸਦਾ ਕਿਉਂ ਨਹੀਂ ਟੈਂਪਰੇਚਰ ਪ੍ਰੈਸ਼ਰ ਨਾਲ ਵੇਰੀ ਕਰਨਾ ਚਾਹੀਦਾ। ਈਜ਼ਲੀ ਐਕਸੈਸਿਬਲ ਇੰਡੀਆ 'ਚ ਹੈਗਾ, ਨਿਊ ਦਿੱਲੀ 'ਚ ਪਿਆ, ਹਰ ਬੰਦਾ ਉੱਥੇ ਪਹੁੰਚਦਾ ਹੈ, ਜਾਂਦਾ ਹੈ। ਸਾਨੂੰ ਫਰਾਂਸ ਨਹੀਂ ਨਾ ਜਾਣ ਦੀ ਲੋੜ ਪਈ, ਸੋ ਐਕਸੈਸਿਬਲ ਹੈਗਾ। ਈਵਨ ਸਾਡੇ ਸਟੇਟਸ ਵਿੱਚ ਕਿਤੇ ਨਾ ਕਿਤੇ ਪਿਆ ਹੋਏਗਾ, ਮੈਨੂੰ ਨਹੀਂ ਪਤਾ ਕਿੱਥੇ ਹੈਗਾ। ਸੋ ਇਟਸ ਈਜ਼ਲੀ ਐਕਸੈਸਿਬਲ। ਸੋ ਇਹ 4 ਕੈਰੈਕਟਰਿਸਟਿਕਸ ਹੈਗੇ ਨੇ ਜਿਹੜੇ ਤੁਸੀਂ ਯਾਦ ਰੱਖਣੇ, ਉਤਾਰ ਲਓ। ਸਰ ਰੀਪਰੋਡਿਊਸਿਬਲ ਦਾ ਮਤਲਬ ਕੀ ਹੁੰਦਾ ਹੈ? ਈਜ਼ਲੀ ਰੀਪਰੋਡਿਊਸਿਬਲ ਮਤਲਬ ਕਿੱਥੇ ਵੀ ਬੈਠੇ ਤੁਸੀਂ ਉਹਨੂੰ ਦੁਬਾਰਾ ਬਣਾ ਸਕਦੇ ਹੋ ਡੈਫੀਨੇਸ਼ਨ। ਕਿੱਥੇ ਲਿਖਿਆ ਮੈਂ ਰੀਪਰੋਡਿਊਸਿਬਲ? ਨਹੀਂ ਸਰ, ਮਤਲਬ ਇਹ ਵੀ ਕੈਰੈਕਟਰਿਸਟਿਕ ਚ ਆਉਂਦਾ ਹੁੰਦਾ ਨਾ, the unit should be reproducible। ਉਹ ਬੁੱਕ ਖੋਲੀ ਹੋਣੀ ਨਾ, ਬੁੱਕ ਦੇ ਵਿੱਚ ਰੀਪਰੋਡਿਊਸਿਬਲ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਜਿਹੜੀ ਡੈਫੀਨੇਸ਼ਨ ਹੈਗੀ ਹੈ ਜਿੱਥੇ ਮਰਜ਼ੀ ਤੁਸੀਂ ਬਣਾ ਸਕਦੇ ਹੋ। ਐਕਚੁਅਲੀ ਹੁਣ ਇਹ ਡੈਫੀਨੇਸ਼ਨ ਨਹੀਂ ਚੱਲਦੀ, ਹੁਣ ਕ੍ਰਿਪਟਨ ਦੀ ਹੈਗੀ ਹੈ, ਕ੍ਰਿਪਟਨ ਦੀ ਵੇਵਲੈਂਥ। ਉਹ ਤੁਸੀਂ ਕਿਸੇ ਵੀ ਲੈਬ ਦੇ ਵਿੱਚ ਉਹਦੀ ਵੇਵਲੈਂਥ ਕੱਢ ਕੇ ਉਹਦੇ ਹਿਸਾਬ ਨਾਲ ਜਿਹੜੀ ਡੈਫੀਨੇਸ਼ਨ ਦਿੱਤੀ ਉਹਦੇ ਹਿਸਾਬ ਨਾਲ 1 ਮੀਟਰ ਤੁਸੀਂ ਬਣਾ ਸਕਦੇ ਹੋ। ਉਹਦਾ ਮਤਲਬ ਹੀ ਇਹ ਹੁੰਦਾ। ਓਕੇ ਸਰ, ਥੈਂਕ ਯੂ। ਉਤਾਰ ਲਓ। Sir, done.
Sir, done. ओके मिटा लगा मैं ध्यान नाल देखो बहुत इंपॉर्टेंट पार्ट फंडामेंटल एंड डिराइव फिजिकल क्वांटिटी लिखना नहीं फंडामेंटल फंडामेंटल फिजिकल क्वांटिटीज वो ने ਜਿਹੜੀਆਂ ਕਿਸੇ ਦੇ ਵਿੱਚੋਂ ਡਿਰਾਈਵ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਨੂੰ ਬਿਲਡਿੰਗ ਬਲੌਕਸ ਕਹਿੰਦੇ ਬਿਲਡਿੰਗ ਬਲੌਕਸ ਮੈਂ ਦੱਸਦਾ ਇਹਦਾ ਕੀ ਮਤਲਬ ਹੈ ਇਹਦੇ 7 ਹੁੰਦੀਆਂ ਮਾਸ ਲੈਂਥ ਟਾਈਮ ਟੈਂਪਰੇਚਰ ਲੂਮੀਨਸ ਇੰਟੈਂਸਿਟੀ ਇਹ ਲਾਈਟ ਨਾਲ ਰਿਲੇਟਡ ਹੈ current amount of substance ਇਹ ਉਹ ਫਿਜ਼ੀਕਲ ਕੁਆਂਟੀਟੀਜ਼ ਨੇ ਜਿਹੜੀਆਂ ਬਿਲਡਿੰਗ ਬਲੌਕਸ ਨੇ ਇਹ 7 ਹੀ ਹੈਗੇ ਨੇ 7 ਤੋਂ ਇਲਾਵਾ ਕੋਈ ਨਹੀਂ ਹੈਗੀ ਹੁਣ ਡਿਰਾਈਵ ਕੀ ਹੁੰਦੀ ਜਾਂ ਮਲਟੀਪਲੀਕੇਸ਼ਨ ਜਾਂ ਡਿਵੀਜ਼ਨ ਦੇ ਕਾਰਨ ਹੈ ਹੁਣ ਧਿਆਨ ਨਾਲ ਦੇਖ ਇਹ ਮੈਂ ਐਗਜ਼ਾਮਪਲ ਦੇ ਜਿਸ ਤਰ੍ਹਾਂ ਏਰੀਆ ਹੁੰਦਾ ਲੈਂਥ ਇਨਟੂ ਬ੍ਰੈਡਥ ਹੁਣ ਲੈਂਥ ਇਕੁਅਲ ਕਿਹੜੀ ਮੈਜ਼ਰਮੈਂਟ ਹੈ ਮਾਸ ਦੀ ਮੈਜ਼ਰਮੈਂਟ ਹੈ ਕਿ ਲੈਂਥ ਦੀ ਮੈਜ਼ਰਮੈਂਟ ਹੈ Length the measurement. ਲੈਂਥ ਉਹਨੂੰ L ਲਿਖੀਦਾ ਤੇ ਬ੍ਰੈਡਥ ਕੀ ਹੈ ਟਾਈਮ ਦੀ ਮੈਜ਼ਰਮੈਂਟ ਹੈ No, sir, length the measurement. लेंथ की है ਇਹ ਵੀ ਲੈਂਥ ਇਹ ਦੋ ਵਾਰੀ L ਯੂਜ਼ ਹੋਇਆ ਜਦੋਂ ਇੱਕ ਵਾਰੀ ਤੋਂ ਵੱਧ ਯੂਜ਼ ਹੋਏ ਉਹ ਡਿਰਾਈਵ ਹੋ ਜਾਂਦਾ ਇਸ ਤਰ੍ਹਾਂ ਹੀ ਵੈਲੋਸਿਟੀ ਹੁੰਦੀ ਡਿਸਪਲੇਸਮੈਂਟ ਓਵਰ ਟਾਈਮ ਉੱਤੇ ਆਂਦਾ L ਥੱਲੇ ਆਂਦਾ T ਸੋ ਲੈਂਥ ਤੇ ਟਾਈਮ ਨੂੰ ਤੁਸੀਂ ਇੱਕ ਵਾਰੀ ਵਰਤਿਆ ਤੇ ਵੈਲੋਸਿਟੀ ਬਣ ਗਈ ਇਸ ਤਰ੍ਹਾਂ ਹੀ ਐਕਸਲਰੇਸ਼ਨ ਫੋਰਸ ਸਾਰੇ ਇਹਦੇ ਵਿੱਚੋਂ ਹੀ ਨਿਕਲ ਜਾਂਦੇ ਨੇ ਸੋ ਇਹ ਦੋ ਬੜੀ ਇੰਪੋਰਟੈਂਟ ਚੀਜ਼ਾਂ ਨੇ ਇੱਕ ਫੰਡਾਮੈਂਟਲ ਕੀ ਹੈ ਤੇ ਇੱਕ ਡਿਰਾਈਵ ਕੀ ਹੈ ਸਾਰਿਆਂ ਨੂੰ ਸਮਝ ਲੱਗੀ Yes. ਇਹ ਕਿਸੇ ਵਿੱਚੋਂ ਨਹੀਂ ਮਾਸ ਤੁਸੀਂ ਨਹੀਂ ਕੱਢ ਸਕਦੇ ਕਿਸੇ ਚੋਂ ਮਾਸ ਲੈਂਥ ਵਿੱਚੋਂ ਨਹੀਂ ਕੱਢ ਸਕਦੇ ਟਾਈਮ ਵਿੱਚੋਂ ਨਹੀਂ ਕੱਢ ਸਕਦੇ ਇਹ ਸਾਰੇ ਫੰਡਾਮੈਂਟਲ ਜਿਹੜੇ ਤੁਸੀਂ ਇਹਨਾਂ ਨੂੰ ਵਰਤ ਕੇ ਬਣਾਉਂਦੇ ਹੋ ਉਹ ਸਾਰੇ ਡਿਰਾਈਵਡ ਹੋਏ ਭਾਵੇਂ ਤੁਸੀਂ ਲੈਂਥ ਵਰਤੀ ਹੈ ਇੱਥੇ ਪਰ ਵਰਤੀ ਤੇ ਦੋ ਵਾਰੀ ਹੈ ਨਾ ਜਦੋਂ ਤੁਸੀਂ ਦੋ ਵਾਰੀ ਵਰਤੀ ਉਹ ਆਟੋਮੈਟਿਕਲੀ ਡਿਰਾਈਵਡ ਹੋ ਠੀਕ ਹੈ ਉਤਾਰੋ ਇਹਨੂੰ सर करंट को फिजिकल फंडामेंटल क्वांटिटी में क्यों लिया गया है? ਲਿਆ ਗਿਆ ਸਾਈਂ ਉਹ ਜਿਹੜੇ ਬੈਠੇ ਸੀ ਉਹਨਾਂ ਨੂੰ ਪੁੱਛੋ ਉਹਨਾਂ ਨੇ ਲੈ ਲਿਆ ਤੇ ਹੁਣ ਮੈਂ ਕੀ ਕਰ ਸਕਦਾ नहीं, वो कूलम्स पर सेकंड है ना? हाँ? कूलम्स पर सेकंड तो उसमें 2 क्वांटिटीज आ रही हैं। क्या करंट की है कूलम्स पर सेकंड तो वो डिराइव्ड यूनिट में नहीं आएगा डिराइव्ड क्वांटिटी। बेटा ਤੁਸੀਂ ਲਿਖਦੇ ਗਲਤ ਹੋ ਤੁਹਾਨੂੰ ਲਿਖਣਾ ਚਾਹੀਦਾ ਹੈ Q = I Q over T ਹੁੰਦਾ ਨਾ I into ਇਹ ਫੰਡਾਮੈਂਟਲ ਹੈ ਇਹ ਫੰਡਾਮੈਂਟਲ ਤੁਸੀਂ Q ਉਧਰ ਲਿਖਤਾ ਤੇ ਮੈਂ ਕੀ ਕਰਾਂ ਸਾਨੂੰ ਆਦਤ ਹੈਗੀ ਨਾ I Q over T ਲਿਖਦੇ ਆ ਪਰ Q ਥੋੜਾ ਡਿਰਾਈਵਡ ਹੈਗਾ ਉਹ Q ਥੋੜਾ ਫੰਡਾਮੈਂਟਲ ਹੈਗਾ Q ਡਿਰਾਈਵਡ ਹੈਗਾ
Q इज इक्वल टू I इंटू T लिखना चाहिए, करंट इंटू टाइम। ए फंडामेंटल लगी समझ? ओके बेटा समझ हूं देखना कोई स्टूडेंट ए लिख दे लेंथ इज इक्वल टू वेलोसिटी इंटू टाइम, ਇਹਦਾ ਮਤਲਬ ਵੈਲੋਸਿਟੀ ਥੋੜਾ ਇੰਡੀਪੈਂਡੈਂਟ ਹੋਗੀ, ਮਤਲਬ ਫੰਡਾਮੈਂਟਲ ਹੋਗੀ। ਫੰਡਾਮੈਂਟਲ ਉਹੀ ਨੇ ਜਿਹੜੀਆਂ ਮੈਂ ਇੱਥੇ ਦਿੱਤੀਆਂ ਨੇ, ਤੁਸੀਂ ਲਿਖੋ ਜਿਸ ਤਰ੍ਹਾਂ ਮਰਜ਼ੀ, ਤੁਸੀਂ ਲਿਖੋ Q ਓਵਰ T ਇਜ਼ ਇਕੁਅਲ ਟੂ I ਲਿਖ ਲਓ, ਫਿਰ ਕੀ ਹੋ ਗਿਆ, ਫੰਡਾਮੈਂਟਲ ਕਰੰਟ। Sir, done. ओके दादा यस सर। we have around 20-25 minutes. Okay, सुनो ध्यान, ਹੁਣ ਅਸੀਂ ਇੰਟਰੋਡਿਊਸ ਕਰ ਲਗੇ ਹਾਂ ਸਿਸਟਮ ਆਫ ਮੈਜਰਮੈਂਟ। ਧਿਆਨ ਦੇ देखो सब तो पहला सिस्टम जरा आया वो है FPS, इनू कहीदा फुट पाउंड सेकंड, लिखना नहीं होता। ਹੁਣ ਇੱਥੇ ਹੈਗੀ ਫੰਡਾਮੈਂਟਲ, फिजिकल क्वांटिटी, मास, लेंथ, टाइम, है यूनिट। मास ਹੁੰਦਾ ਸੀ ਪਾਉਂਡ ਵਿੱਚ ਮੀਟਰ, लेंथ फुट ਵਿੱਚ, टाइम सेकंड ਵਿੱਚ। ਇਹ ਸਾਨੂੰ ਦਿੱਤਾ ਅੰਗਰੇਜ਼ਾਂ ਨੇ, ਜਿੱਥੇ ਜਿੱਥੇ ਇੰਗਲਿਸ਼ ਗਏ, wherever the English went ਇਹ ਸਿਸਟਮ ਬਣਿਆ। ਸੋ ਇਹ ਸਾਡੇ ਇੰਡੀਆ ਵਿੱਚ ਆਏ, ਸਾਨੂੰ ਦੇ ਕੇ ਗਏ। ਸਿੰਪਲ ਇਹਦਾ ਹੈਗਾ ਸੀ LB FT S, LB FT ਤੇ S, फिर आया CGS, ਇਹ ਸਾਨੂੰ ਦਿੱਤਾ ਫ੍ਰੈਂਚ, ਜਿੱਥੇ ਜਿੱਥੇ ਫਰਾਂਸ ਦੇ ਲੋਕ ਗਏ, ਸਾਡੇ ਕੋਲ ਤੇ ਸਾਰੇ ਹੈ। ਇੱਥੇ ਵੀ ਮਾਸ, ਲੈਂਥ, ਟਾਈਮ। ਮਾਸ ਹੈਗਾ ਸੀ ਗ੍ਰਾਮ ਦੇ ਵਿੱਚ, ਲੈਂਥ ਹੈਗਾ ਸੀ ਸੈਂਟੀਮੀਟਰ ਵਿੱਚ, ਇਹ ਸੈਕਿੰਡ ਵਿੱਚ, ਇਹਦੇ ਯੂਨਿਟਸ ਹੈਗੇ ਸੀ ਗ੍ਰਾਮ, ਪਹਿਲੇ GM ਲਿਖਦੇ ਸੀ, ਹੁਣ G ਲਿਖਦੇ CM S। ਸੋ ਇਹ ਸਾਡੇ ਕੋਲ CGS ਸਿਸਟਮ ਆਇਆ। फिर आया MPS, ਇਹ ਸਾਨੂੰ ਦਿੱਤਾ ਜਿਓਮੈਟਰੀ। ਇੱਕ ਸਾਇੰਟਿਸਟ ਸੀਗਾ ਜਿਹਨੇ ਮਤਲਬ ਇੰਟਰੋਡਿਊਸ ਕੀਤਾ, ਉਹਨੇ ਇਹ ਕਿਹਾ ਕਿ ਇਹ ਬਹੁਤ ਛੋਟਾ ਸਿਸਟਮ, ਸੈਂਟੀਮੀਟਰ, ਗ੍ਰਾਮਸ ਬਹੁਤ ਛੋਟੇ ਨੇ, ਇਹਨਾਂ ਨੂੰ ਵੱਡਾ ਕੀਤਾ ਜਾਏ। ਇੱਥੇ ਮਾਸ, ਲੈਂਥ ਤੇ ਟਾਈਮ, ਮਾਸ ਬਣਿਆ ਕਿਲੋਗ੍ਰਾਮ, ਸਿੰਬਲ ਆਇਆ kg, ਲੈਂਥ ਬਣੀ ਮੀਟਰ M, ਇਹ ਸੈਕਿੰਡ ਹੀ S। ਸੋ ਇਹ ਸਾਡੇ ਤਿੰਨ ਸਿਸਟਮਸ ਬਣੇ। ਪਹਿਲੇ ਇਹਨਾਂ ਨੂੰ ਉਤਾਰੋ, ਫਿਰ ਫਾਈਨਲ ਸਿਸਟਮ ਕਰਾਂਗੇ ਇਸ ਤੋਂ ਬਾਅਦ।
Done, sir. Sir, done. ओके फाइनली आया SI ਇਹਨੂੰ ਕਿਹਾ ਸਿਸਟਮ ਇੰਟਰਨੈਸ਼ਨਲ ਹੁਣ ਦੇਖੋ कोई मास लेंथ टाइम्स टेम्परेचर luminous intensity current amount of substance unit kilogram symbol kg length meter m time second s temperature Kelvin capital K luminous intensity candela candela CD current ampere A amount of substance mole genome लिखी दा MOL तो ऐसा फंडामेंटल उतार दो Sir, done. बाकी नहीं कर Done, sir. ओके ਹੁਣ ਜਦੋਂ SI ਸਿਸਟਮ ਬਣ ਗਿਆ ਉਸ ਤੋਂ ਬਾਅਦ ਫਿਰ ਬਿਊਰੋ ਬੈਠੇ ਉਹਨਾਂ ਨੂੰ ਇੱਕ ਗੜਬੜ ਹੋ ਗਈ ਸੀ ਉਹਨਾਂ ਨੇ ਇੱਕ ਚੀਜ਼ ਭੁੱਲ ਗਏ ਸੀ ਇੰਟਰੋਡਿਊਸ ਕਰਨੀ ਉਹ ਕੀ ਸੀਗਾ ਉਹ ਜਿਹੜੀ ਚੀਜ਼ਾਂ ਉਹਨਾਂ ਨੇ ਬਾਅਦ ਵਿੱਚ ਇੰਟਰੋਡਿਊਸ ਕੀਤੀਆਂ ਉਹਨਾਂ ਨੂੰ ਕਿਹਾ ਗਿਆ ਸਪਲੀਮੈਂਟਰੀ ਯੂਨਿਟਸ ਹੁਣ ਸਪਲੀਮੈਂਟਰੀ ਯੂਨਿਟਸ ਵਿੱਚ ਦੋ ਚੀਜ਼ਾਂ ਆਉਂਦੀਆਂ ਪਹਿਲੀ ਪਲੇਨਰ ਹੈ ਪਲੇਨਰ ਐਂਗਲ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸੀ ਮਤਲਬ ਹੈ ਵੇ ਪਲੇਨਰ ਐਂਗਲ ਕਿਹੜਾ ਹੁੰਦਾ ਜਿਹੜਾ ਕਾਗਜ਼ ਦੇ ਉੱਤੇ ਬਣਾਇਆ ਜਾ ਸਕੇ ਬੋਰਡ ਦੇ ਉੱਤੇ ਬਣਾਇਆ ਜਾ ਸਕੇ ਥੀਟਾ ਐਂਗਲ ਹੈਗਾ ਇਹ ਰੇਡੀਅਸ ਹੈਗਾ ਇਹਨੂੰ ਕਹੀਦਾ ਆਰਕ ਔਰ ਡਿਫਾਈਨ ਉਹਨਾਂ ਨੇ ਕੀ ਕੀਤਾ ਕਿ ਥੀਟਾ ਨੂੰ ਮੈਜ਼ਰ ਕਰਾਂਗੇ ਰੇਡੀਅਨ ਦੇ ਵਿੱਚ ਡਿਗਰੀ ਵਿੱਚ ਨਹੀਂ रेडियन दे विच इनु RAD लिखी है थीटा दी डेफिनेशन सी आर्क ओवर रेडियस
ਇਹਨਾਂ ਦਾ ਮੈਂ x ਰੱਖਣ ਲੱਗਾ x over r ਹੁਣ ਦੇਖੋ x ਇੱਕ ਲੈਂਥ ਹੈ r ਵੀ ਇੱਕ ਲੈਂਥ ਹੈ ਲੈਂਥ ਓਵਰ ਲੈਂਥ ਤੇ ਕੈਨਸਲ ਹੋ ਗਈ ਤਦੇ ਉੱਥੇ ਇੱਕ ਸਪੈਸ਼ਲ ਯੂਨਿਟ ਬਣਾਇਆ ਗਿਆ ਰੇਡੀਅਨ ਹੁਣ ਦੇਖੋ ਇੱਕ ਰੇਡੀਅਨ ਕੀ ਹੋਏ if x is equal to r ਜੇ ਇਹ ਲੈਂਥ ਇਹਦੇ ਰੇਡੀਅਸ ਦੇ ਬਰਾਬਰ ਹੋ ਮਤਲਬ ਮੰਨ ਲਓ ਰੇਡੀਅਸ ਇੰਨਾ ਹੈ ਇਹ ਲੈਂਥ ਇੰਨੀ ਹੋ ਜਾਏ ਇਹ ਵੀ r ਇਹ ਵੀ r फिर x की जगह क्या आ जाएगा r आ जाएगा 1 रेडियन सो 1 रेडियन की डेफिनेशन की हम ध्यान नाल देखें 1 रेडियन is the angle subtended at center of a circle by an arc equal to the radius of the circle. So, एक रेडियन होता है जो x भी r के बराबर हो जाए r over r आ जाएगा r over r 1 हो जाएगा 1 radian is the angle subtended at the center subtended का मतलब जेड़ा इथे बनता है subtended at the center by an arc equal to the radius of the circle equal to the radius arc की value radius के बराबर actual definition है x over r angle दी लेकिन ये स्पेशल डेफिनेशन है एक रेडियन ਨੂੰ डिफाइन ਕਰਨ ਵਾਸਤੇ ਇਹ ਗੱਲ ਸਮਝ ਲੱਗੀ ਕਿ ਨਹੀਂ Yes, sir. Yes, sir. Yes, sir. ਓਕੇ ਹੁਣ ਇੱਥੇ ਇੱਕ ਚੀਜ਼ ਤੁਹਾਨੂੰ ਬਤਾ पूरा एक गोल चक्कर है x की होएगा पूरा गोल चक्कर का x की होएगा लेंथ लेंथ कितनी होएगी है हां तो की होता है फॉर्मूला की है उसका 2 pi r 2 pi r. 2 pi ਹੁਣ ਧਿਆਨ ਨਾਲ ਦੇਖ थीटा will be equal to jx होए 2 pi r लिखोगे पहले की लिखोगे r रेडियस r पे r कटेंगे तो की आएगा 2 pi रेडियस ਇਹਦਾ मतलब पूरे गोल चक्कर ਵਿੱਚ 2 pi रेडियंस ਹੁੰਦੇ this implies 360 degrees is equal to 2 pi radians ਤੇ 180 degrees will be equal to pi radians ਇਹ ਹੁਣ ਤੁਸੀਂ ਯਾਦ ਰੱਖਣਾ ਹੈ ਹਮੇਸ਼ਾ ਵਾਸਤੇ 180 degrees ਹੁੰਦਾ ਹੈ pi radians ਇਹਨੂੰ ਤੁਸੀਂ cpm ਕਰ cpm ठीक है लगी समझ के नहीं Yes, sir. Yes, sir. Yes, sir. कोई क्वेश्चन एनी क्वेश्चंस सर CTM किया एवरी क्वेश्चन ही वेट कर रहे थे CTM का मतलब कमिट टू मेमोरी याद कर लो कमिट टू मेमोरी तो 180 डिग्रीज इज इक्वल टू पाई रेडियंस तो मैं फिर रिपीट कर रहा एंगल प्लेनर एंगल है प्लेनर एंगल इज इक्वल टू आर्क ओवर रेडियस x ओवर r जे x r के बराबर हो जाए फिर है 1 रेडियन हो जाए एंगल फिर 1 रेडियन सो 1 रेडियन is the angle subtended at center of a circle by an arc equal to the radius of the circle अच्छा jx 2 pi r हो जाएगा पूरा सर्कल आ गया फिर थीटा हो जाएगा 2 pi r over r r कैंसिल हो गया 2 pi रेडियस ਇਹਦਾ मतलब पूरे सर्कल 360 डिग्री ਹੁੰਦੇ ਨੇ 360 डिग्री 2 pi रेडियन से बराबर 180 डिग्री pi रेडियन ਦੇ बराबर सो ਇਹਨੂੰ ਤੁਸੀਂ ਯਾਦ ਰੱਖਣਾ ਉਤਾਰੋ ਇਹਨੂੰ प्लीज कॉपी दिस
ਇਹ ਸਾਰਾ ਕੁਝ ਕਰਨ ਤੋਂ ਬਾਅਦ 3 ਸਵਾਲ ਕਰ ਇਹਨਾਂ ਨੂੰ ਰੇਡੀਅਨ ਵਿੱਚ ਬਦਲਣਾ Sir, done. 3 सवाल कर अच्छा दया तेन समय लग रही कि नहीं दया दया निकल गई बिचों मैं सही हो गया यस सर ए मटाला सारा Yes, sir. Yes, sir. ओके ए 3 सवाल कर ले यस सर पहले का आंसर की हाफ पाई रेडियन Half pi radian. वेरी गुड क्योंकि 180 degrees is equal to pi radians 1 degree will be equal to pi over 180 radians and 90 degrees will be equal to pi over 180 into 90 radians तो आ जाएगा pi by ए करना तरीका ए sin 270 ए क्या होगा 3/2 pi radian. Pi radian. 3 over 2 pi 3 over 2 pi तो होएगा 3/2 pi radian सिंपल जी गल है pi होंदा 180 180 ਨੂੰ 2 ਨਾਲ ਡਿਵਾਈਡ ਕਰੋ 90 90 into 3 270 ਤੇ 120 ਕੀ ਹੋਏਗਾ 2/3 pi radian. वेरी गुड 2/3 pi radian. 2/3 pi radian क्योंकि ये 180 है 6 आ जाएगा सॉरी 60 आ जाएगा 60 into 2 120 और 2/3 pi radian समझ लगी सारे ਨੂੰ Yes, sir. Yes, जिन्होंने sir. नहीं लगी वो ਇਹ ਮੈਥਡ ਯੂਜ਼ ਕਰ ਲੈਣ ਇਹੋ ਹੀ ਆਨਸਰ ਆਣ ਠੀਕ ਹੈ ਹੁਣ ਇਹਦਾ ਸੈਕੰਡ ਪਾਰਟ ਹਲੇ ਰਹਿੰਦਾ ਹੈ ਇਹ ਸੀਗਾ ਪਲੇਨਰ ਐਂਗਲ ਅਗਲੀ ਵਾਰੀ ਕਰਾਂਗੇ ਸੋਲਿਡ ਐਂਗਲ ਹੈਡਿੰਗ ਦੇ ਲਓ ਸੋਲਿਡ ਐਂਗਲ ਓਕੇ ਅੱਜ ਦੇ ਲੈਕਚਰ ਵਿੱਚ ਕੋਈ ਤੁਹਾਨੂੰ ਡਾਊਟ ਹੈਗਾ ਤੇ ਪੁੱਛ ਲਓ ਹੁਣ ਐਨੀ ਡਾਊਟ कोई चीज ना समझ लगी होए ओके चलो फिर ਅਸੀਂ ਇੱਥੇ ਰੋਕਦੇ ਹਾਂ ਨੈਕਸਟ ਕਲਾਸ ਵਿੱਚ ਮਿਲਾਂਗੇ ਇਹਨੂੰ ਪੜ੍ਹ ਲੈਣਾ ਸਾਰੇ ਨੂੰ ਠੀਕ ਹੈ Yes, sir. Thank you, sir. ਓਕੇ ਥੈਂਕ ਯੂ ਵੈਰੀ ਮਚ ਥੈਂਕ ਯੂ Thank you, sir. ਓਕੇ ਬਾਏ Bye, sir.